ਇਹ ਡਾਕਟਰ ਸਾਹਿਬ ਨਿਊਰੋਲੋਜੀਕਲ ਡਿਸਆਰਡਰ ਅਸਲ 'ਚ ਹੈ ਕੀ, ਕਿਹੜੀ ਬਿਮਾਰੀਆਂ ਨੂੰ ਅਸੀਂ ਨਿਊਰੋਲੋਜੀਕਲ ਡਿਸਆਰਡਰ ਬੋਲਦੇ ਹਾਂ? ਦੇਖੋ ਬਰੋਡਲੀ ਸਪੀਕਿੰਗ ਜੀ ਦਿਮਾਗ, ਰੀੜ੍ਹ ਦੀ ਹੱਡੀ, ਨਸਾਂ, ਮਾਸਪੇਸ਼ੀਆਂ ਦੇ ਰੋਗਾਂ ਨੂੰ ਹੀ ਨਿਊਰੋਲੋਜੀਕਲ ਡਿਸਆਰਡਰਸ ਬੋਲਦੇ ਆ, ਜਿਨ੍ਹਾਂ ਦਾ ਮੋਸਟਲੀ ਜਿਨ੍ਹਾਂ ਦਾ ਇਨਸੀਡੈਂਸ ਔਰ ਪ੍ਰੀਵੇਲੈਂਸ ਵਧੀ ਜਾ ਰਿਹਾ ਹੈ। ਅੱਛਾ, ਤੇ ਡਾਕਟਰ ਸਾਹਿਬ ਕਿਹੜੀਆਂ ਮੇਨ ਬਿਮਾਰੀਆਂ ਨੇ, ਪ੍ਰਮੁੱਖ ਬਿਮਾਰੀਆਂ ਨੇ ਜਿਨ੍ਹਾਂ ਨੂੰ ਅਸੀਂ ਨਿਊਰੋਲੋਜੀਕਲ ਡਿਸਆਰਡਰ ਅੰਦਰ ਦੇ ਲੈ ਕੇ ਆਉਂਦੇ ਹਾਂ? ਸਭ ਤੋਂ ਪਹਿਲੇ ਤਾਂ ਸਿਰ ਦਰਦ, ਦੂਜਾ ਮਿਰਗੀ, ਪੈਰਾਲਾਈਸਿਸ ਜਿਹਨੂੰ ਕਿਸੇ ਸਟ੍ਰੋਕ ਬੋਲਦੇ ਆ, ਮੈਮਰੀ ਡਿਸਟਰਬੈਂਸਿਸ ਡਿਮੈਂਸ਼ੀਆ ਬੋਲਦੇ ਆ, ਸਲੀਪ ਡਿਸਟਰਬੈਂਸਿਸ, ਨਰਵ ਐਂਡ ਨਸਾਂ ਮਾਸਪੇਸ਼ੀਆਂ ਦੀ ਬਿਮਾਰੀਆਂ, ਫਿਰ ਜਿਵੇਂ ਸ਼ੂਗਰ ਕਾਰਨ ਨਸਾਂ ਵਿੱਚ ਕਮਜ਼ੋਰੀ ਆਣੀ, ਸਲੀਪ ਡਿਸਆਰਡਰਸ ਹੁੰਦੇ ਆ, ਸਰਵਾਈਕਲ ਪੇਨ, ਬੈਕ ਪੇਨ, ਮੂਵਮੈਂਟ ਡਿਸਆਰਡਰਸ ਲਾਈਕ ਪਾਰਕਿੰਸਨਸ, ਮਲਟੀਪਲ ਸਕਲੈਰੋਸਿਸ, ਹੋਰ ਅਤੇ ਹੋਰ ਡੀਮਾਈਲਿਟਿੰਗ ਡਿਸਆਰਡਰਸ। ਇਹ ਸਾਰੀਆਂ ਨਿਊਰੋਲੋਜੀਕਲ ਡਿਸਆਰਡਰਸ ਇਹ ਸਾਰਾ ਇੱਕ ਨਿਊਰੋਲੋਜੀਕਲ ਜਾਂ ਸਾਡੇ ਸਨਾਯੂ ਤੰਤਰ ਨਾਲ ਸੰਬੰਧਿਤ ਹੈਗਾ। ਬਿਲਕੁਲ ਜੀ, ਬਿਲਕੁਲ। ਅੱਛਾ ਡਾਕਟਰ ਸਾਹਿਬ, ਅਸੀਂ ਸਟੈਪ ਬਾਈ ਸਟੈਪ ਇਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਵੀ ਹੈਡੇਕ, ਸਿਰ ਦਰਦ ਜਿਹਨੂੰ ਅਸੀਂ ਕਹਿੰਦੇ, ਸਿਰ ਦਰਦ ਨੂੰ ਅਸੀਂ ਮਾਮੂਲੀ ਜਿਹਾ ਸਮਝਦੇ ਹਾਂ ਵੀ ਸਿਰ ਦਰਦ ਹੋ ਰਹੀ ਹੈ, ਗੋਲੀ ਖਾ ਲਓ ਕਿਸ ਤਰ੍ਹਾਂ। ਅਸਲ 'ਚ ਸਿਰ ਦਰਦ ਹੈ ਕੀ ਔਰ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬੇਸਿਕਲੀ ਸਿਰ ਦਰਦ? ਦੇਖੋ ਜੀ, ਸਿਰ ਦਰਦ ਇੱਕ ਮੋਸਟ ਕਾਮਨ ਨਿਊਰੋਲੋਜੀਕਲ ਡਿਸਆਰਡਰ ਹੈਗਾ। ਅੱਛਾ, ਬ੍ਰੋਡਲੀ ਸਪੀਕਿੰਗ ਸਿਰ ਦਰਦ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਾਇਮਰੀ ਹੈਡੇਕ ਜਾਂ ਸੈਕੰਡਰੀ ਹੈਡੇਕ। ਜੀ, ਪ੍ਰਾਇਮਰੀ ਹੈਡੇਕ ਉਹ ਹੈਡੇਕ ਹੁੰਦੀ ਹੈ ਜਿਹਦੇ ਵਿੱਚ ਸਿਰ ਦਰਦ ਹੀ ਬਿਮਾਰੀ ਹੈ। ਇਸ ਵਿੱਚ ਪੇਸ਼ੈਂਟ ਨੂੰ ਸਿਰ ਦਰਦ ਤੋਂ ਇਲਾਵਾ ਹੋਰ ਕੋਈ ਸਿੰਪਟਮਸ ਨਹੀਂ ਹੁੰਦੇ। ਮਤਲਬ ਕਿ ਸਿਰ ਦਰਦ ਹੋ ਰਹੀ ਹੈ, ਇਹੋ ਕਾਰਨ ਹੈਗਾ ਬੰਦੇ ਦੀ ਤਬੀਅਤ ਖਰਾਬ ਹੋਣ ਦਾ। ਠੀਕ ਹੈ। ਇੱਕ ਹੁੰਦੀ ਹੈ ਸੈਕੰਡਰੀ ਹੈਡੇਕ ਜੀ, ਜਿਹਦੇ ਵਿੱਚ ਕਿਸੇ ਬਿਮਾਰੀ ਦੇ ਕਾਰਨ ਸਿਰ ਦਰਦ ਹੁੰਦਾ ਹੈ। ਮਤਲਬ ਇੱਕ ਬਿਮਾਰੀ ਦਾ ਸਿੰਪਟਮ ਹੈ ਸਿਰ ਦਰਦ, ਬਿਮਾਰੀ ਦਾ ਲੱਛਣ ਹੈ ਸਿਰ ਦਰਦ। ਹਾਂ, ਮਤਲਬ ਕਿ ਪਹਿਲਾ ਕਾਰਨ ਕੋਈ ਹੋਰ ਹੈ ਲੇਕਿਨ ਉਹਦੇ ਅਲਾਮਤ ਜਿਹੜੇ ਸਿਰ ਦਰਦ ਦੇ ਰੂਪ ਦੇ ਵਿੱਚ ਹੋ ਰਹੇ। ਸਿਰ ਦਰਦ ਦੇ ਨਾਲ ਹੋਰ ਵੀ ਕੁਝ ਹੋਰ ਸਿੰਪਟਮਸ ਹੁੰਦੇ, ਜਿਸ ਤਰ੍ਹਾਂ ਕਿ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਸੈਕੰਡਰੀ ਹੈਡੇਕਸ, ਜਿਹੜੇ ਸੈਕੰਡਰੀ ਹੈਡੇਕਸ ਜਿਵੇਂ ਹੁੰਦੇ ਆ, ਜਿਵੇਂ ਕਿ ਮੈਨਿੰਜਾਈਟਿਸ ਵਿੱਚ ਹੁੰਦਾ ਹੈ, ਪੇਸ਼ੈਂਟ ਨੂੰ ਸਿਰ ਦਰਦ ਵੀ ਹੁੰਦਾ, ਨਾਲ ਬੁਖਾਰ ਵੀ ਹੁੰਦਾ ਹੈ, ਦਿਮਾਗ ਦੀ ਸੋਜਸ਼ ਜਿਹਨੂੰ ਕਹਿੰਦੇ ਹਾਂ, ਦਿਮਾਗੀ ਬੁਖਾਰ ਜਿਹਨੂੰ ਬੋਲਦੇ ਇਨਕੈਫਲਾਈਟਿਸ, ਜਾਂ ਸਿਰ ਦੇ ਵਿੱਚ ਟਿਊਮਰ ਹੋਣਾ, ਬ੍ਰੇਨ ਟਿਊਮਰ ਬੋਲਦੇ ਆ, ਜਾਂ ਸਿਰ ਦੇ ਵਿੱਚ ਬ੍ਰੇਨ ਹੈਮਰੇਜ ਬੋਲਦੇ ਆ, ਜਾਂ ਸਿਰ ਦੇ ਵਿੱਚ ਕੁਝ ਨਸਾਂ ਦੀ ਥੈਲੀ ਬਣ ਜਾਣਾ, ਜਾਂ ਆਰਟਰਾਈਟਿਸ ਹੁੰਦੇ, ਸਪੈਸ਼ਲ ਜੈਂਟ ਸੈਲ ਆਰਟਰਾਈਟਿਸ ਦੇ ਵਿੱਚ ਦਿਮਾਗ ਦੇ ਵਿੱਚ ਨਸਾਂ ਵਿੱਚ ਸੋਜਿਸ਼ ਆ ਜਾਂਦੀ ਹੈ। ਇਹ ਸਾਰੇ ਕਾਰਨ ਸੈਕੰਡਰੀ ਹੈਡੇਕ ਦੇ ਹੈਗੇ ਆ। ਓਕੇ, ਜੇਕਰ ਡਾਕਟਰ ਸਾਹਿਬ ਅਸੀਂ ਕਹਿੰਦੇ ਆ ਵੀ ਪ੍ਰਾਇਮਰੀ ਹੈਡੇਕ ਹੈ, ਪ੍ਰਾਇਮਰੀ ਹੈਡੇਕ ਦੇ ਕਾਰਨ ਮੋਸਟਲੀ ਅੱਜ ਕੱਲ੍ਹ ਦੇ ਟਾਈਮ ਕੀ ਤੁਸੀਂ ਦੇਖ ਰਹੇ ਹੋ ਵੀ ਆ ਰਹੇ ਨੇ, ਔਰ ਦੂਸਰਾ ਕਿਹੜੇ ਟ੍ਰਿਗਰ ਫੈਕਟਰ ਕਿਹੜੇ ਨੇ, ਕਿੰਨੇ ਕਾਰਨਾਂ ਕਰਕੇ ਜਿਹੜੀ ਸਿਰ ਦਰਦ ਜ਼ਿਆਦਾ ਹੋਣ ਲੱਗ ਪਈ ਇਨਸਾਨ? ਦੇਖੋ ਬ੍ਰੋਡਲੀ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ, ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਦੇਖਣਾ ਕਿ ਇਹ ਪ੍ਰਾਇਮਰੀ ਹੈਡੇਕ ਹੈ ਜਾਂ ਸੈਕੰਡਰੀ ਹੈਡੇਕ ਹੈ। ਜੀ, ਜੋ ਸਾਨੂੰ ਕਲੀਅਰ ਹੋ ਜਾਏ ਪ੍ਰਾਇਮਰੀ ਹੈਡੇਕ ਹੈ, ਫਿਰ ਅਸੀਂ ਉਹਨੂੰ ਸੈੱਟ ਕਰਨਾ ਚਾਹੀਦਾ ਆਊਟ ਆਫ ਤਿੰਨ ਜਿਹੜੀ ਮੇਨ ਪ੍ਰਾਇਮਰੀ ਹੈਡੇਕਸ ਹੈ, ਪੇਸ਼ੈਂਟ ਕਿਸ ਵਿੱਚ ਫਿਟ ਬੈਠਦਾ ਪਿਆ। ਜਿਹੜੇ ਤਿੰਨ ਮੇਨ ਪ੍ਰਾਇਮਰੀ ਹੈਡੇਕਸ ਉਹਦੇ ਵਿੱਚ ਨੰਬਰ 1 ਹੈ ਮਾਈਗ੍ਰੇਨ, ਨੰਬਰ 2 ਹੈ ਟੈਂਸ਼ਨ ਟਾਈਪ ਹੈਡੇਕ, ਔਰ ਨੰਬਰ 3 ਹੈਗਾ ਟ੍ਰਾਈਜੈਮਿਨਲ ਆਟੋਨੋਮਿਕ ਫੈਲਜੀਆ ਜਿਵੇਂ ਕਲਸਟਰ ਹੈਡੇਕ। ਇਹ ਤਿੰਨ ਬੇਸਿਕਲੀ ਮੇਨ ਪ੍ਰਾਇਮਰੀ ਹੈਡੇਕਸ ਹੁੰਦੀਆਂ। ਇਹਦੇ ਵਿੱਚ ਸਾਰੇ ਟੈਸਟ ਨੋਰਮਲ ਆਉਂਦੇ ਹੈਗੇ ਆ, ਇਹਦੇ ਵਿੱਚ ਪੇਸ਼ੈਂਟ ਨੂੰ ਸਿਰ ਦਰਦ ਤੋਂ ਇਲਾਵਾ ਹੋਰ ਕੋਈ ਸਿੰਪਟਮ ਨਹੀਂ ਹੁੰਦਾ। ਓਕੇ, ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਵੀ ਪ੍ਰਾਇਮਰੀ ਹੈਡੇਕ, ਇਹਦਾ ਇਲਾਜ ਕੀ ਹੋ ਸਕਦਾ ਹੈ? ਆਮ ਤੌਰ ਤੇ ਅਸੀਂ ਜਿਹੜੀ ਮਰਜ਼ੀ ਗੋਲੀ, ਸਿਰ ਦਰਦ ਦੀ ਗੋਲੀ ਫੜ ਕੇ ਖਾ ਲੈਣੀ ਚਾਹੀਦੀ ਹੈ ਸਾਨੂੰ? ਸਭ ਤੋਂ ਬਿਲਕੁਲ ਨਹੀਂ ਖਾਣੀ ਚਾਹੀਦੀ, ਕਿਉਂਕਿ ਪ੍ਰਾਇਮਰੀ ਹੈਡੇਕ ਵਿੱਚ ਹੈਡੇਕ ਇੰਨਾ ਨਹੀਂ ਮਾਰਦਾ ਜਿੰਨੀਆਂ ਕਿ ਪੇਨ ਕਿਲਰਸ ਮਾਰਦੀਆਂ। ਪੇਨ ਕਿਲਰਸ ਜਾਂ ਐਨਰਜੈਸਿਕਸ ਨਾਲ ਅਲਸਰ ਹੋ ਸਕਦਾ ਹੈ, ਲੀਵਰ ਕਿਡਨੀ ਦੀ ਪ੍ਰੋਬਲਮ ਆ ਸਕਦੀ ਹੈਗੀ ਹੈ। ਸੋ ਸਭ ਤੋਂ ਪਹਿਲੇ ਅਸੀਂ ਜਦੋਂ ਸਾਨੂੰ ਕਲੀਅਰ ਹੋ ਜਾਏਗੀ ਪ੍ਰਾਇਮਰੀ ਹੈਡੇਕ ਹੈ, ਫਿਰ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਪ੍ਰਾਇਮਰੀ ਹੈਡੇਕ ਹੈ, ਮਾਈਗ੍ਰੇਨ ਹੈ, ਟੈਂਸ਼ਨ ਟਾਈਪ ਹੈਡੇਕ ਹੈ, ਜਾਂ ਕਲਸਟਰ ਹੈਡੇਕ ਹੈ। ਤੋ ਹਰ ਤਰ੍ਹਾਂ ਦੇ ਹੈਡੇਕ ਦੇ ਅਲੱਗ-ਅਲੱਗ ਫੀਚਰਸ ਹੁੰਦੇ ਹੈਗੇ ਆ। ਤੇ ਡਾਕਟਰ ਸਾਹਿਬ, ਜਿਹੜਾ ਤੁਸੀਂ ਗੱਲ ਕੀਤੀ ਹੈ ਸੈਕੰਡਰੀ ਹੈਡੇਕ, ਜਦੋਂ ਕਾਰਨ ਕੋਈ ਹੋਰ ਹੈ ਲੇਕਿਨ ਉਹਦਾ ਅਲਾਮਤ ਸਿਰ ਦਰਦ ਦੇ ਰੂਪ ਦੇ ਵਿੱਚ ਆ ਰਹੀ ਹੈ। ਸੈਕੰਡਰੀ ਹੈਡੇਕ ਮਤਲਬ ਸਿੰਪਟਮ ਹੈ, ਸਿੰਪਟਮ ਇਸ ਸਿਰ ਦਰਦ ਦਾ। ਜਰਾ ਵੀ ਬਿਮਾਰੀ ਦਾ ਸਿਰ ਦਰਦ ਕਰੇਗੀ, ਸਾਨੂੰ ਉਸ ਬਿਮਾਰੀ ਦੇ ਹਿਸਾਬ ਨਾਲ ਉਹਦਾ ਇਲਾਜ ਕਰਨਾ ਚਾਹੀਦਾ। ਓਕੇ, ਤੇ ਆਮ ਤੌਰ ਤੇ ਕਿਸ ਤਰ੍ਹਾਂ ਦੇ ਕਾਰਨ ਹੁੰਦੇ ਆ ਜਿਹਦੇ ਕਰਕੇ ਸਿਰ ਦਰਦ ਹੁੰਦੀ ਹੈ? ਜਿਹੜੇ ਪ੍ਰਾਇਮਰੀ ਹੈਡੇਕ ਵਿੱਚ ਮੋਸਟ ਕਾਮਨਲੀ ਸਾਨੂੰ ਦੇਖਿਆ ਜਾਂਦਾ ਮਾਈਗ੍ਰੇਨ। ਦੇਖੋ ਮਾਈਗ੍ਰੇਨ ਦੀ ਸਿਰ ਦਰਦ ਸਾਨੂੰ ਸਾਰਿਆਂ ਨੂੰ ਪਤਾ, ਸਾਰੇ ਸੋਚਦੇ ਆ ਕਿ ਹਾਫ ਸਾਈਡਡ ਸਿਰ ਦਰਦ ਹੈ। ਮਾਈਗ੍ਰੇਨ ਦੀ ਸਿਰ ਦਰਦ ਹਾਫ ਸਾਈਡਡ ਵੀ ਹੋ ਸਕਦੀ ਹੈ, ਔਰ 50% ਲੋਕਾਂ ਵਿੱਚ ਦੋਨੋਂ ਸਾਈਡਾਂ ਵੀ ਹੋ ਸਕਦੀ ਹੈ। ਓਕੇ ਓਕੇ ਓਕੇ। ਮਾਈਗ੍ਰੇਨ ਦੀ ਸਿਰ ਦਰਦ ਦੇ ਵਿੱਚ ਨਾੜੀ ਟਸ ਕਰਦੀ ਹੈ, ਪਲਸੇਟਿੰਗ ਫੀਲਿੰਗ ਆਉਂਦੀ ਹੈ। ਜੀ ਜੀ। ਮਰੀਜ਼ ਦਾ ਉਲਟੀਆਂ ਦਾ ਦਿਲ ਕਰਦਾ, ਜਾਂ ਉਲਟੀ ਆਉਂਦੀ ਵੀ ਹੈ, ਮਰੀਜ਼ ਦਾ ਇਹ ਵੀ ਦਿਲ ਕਰਦਾ ਲਾਈਟ ਬੰਦ ਹੋ ਜਾਏ, ਕੋਈ ਸ਼ੋਰ ਨਾ ਮਚਾਏ, ਆਰਾਮ ਨਾਲ ਮੈਂ ਕਮਰੇ ਸੋ ਜਾਵਾਂ। ਜੇ ਉਹ ਵਾਕ ਕਰਦਾ ਹੈ ਤਾਂ ਉਹਨੂੰ ਸਿਰ ਦਰਦ ਵੱਧਦਾ ਹੈ। ਇੱਕ ਡਾਕਟਰ ਸਾਹਿਬ ਸਾਨੂੰ ਫੋਨ ਕਾਲ ਆ ਰਹੀ ਹੈ, ਤੇ ਹੈਲੋ ਜੀ। ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੋਗਾ ਸਿੰਘ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ। ਜਿਹੜਾ ਕੈਸਾ ਹਰਿਆਣੇ ਤੋਂ ਬੋਲਦਾ ਜੀ। ਡਾਕਟਰ ਸਾਹਿਬ ਮੇਰਾ ਨਾ ਸਿਰ ਬਹੁਤ ਕਾਫੀ ਦੁਖਦਾ ਰਹਿੰਦਾ ਜੀ, ਤੇ ਕਈ ਵਾਰੀ ਇਸ ਤਰ੍ਹਾਂ ਜਦੋਂ ਚੈੱਕ ਕਰਵਾਈਦਾ ਜੀ, ਕਈ ਵਾਰੀ ਡਾਕਟਰ ਕਹਿੰਦੇ ਜੀ ਨਿਗਾਹ ਦਾ ਫਰਕ ਪੈਂਦਾ ਜੀ, ਉਹਦੇ ਵਾਸਤੇ ਇਹਨੂੰ ਮੰਨ ਲਓ ਵੀ ਚੈੱਕ ਕਰਾਓ ਜੀ। ਐਨਕ ਤੋਂ ਹੀ ਛੁਟਕਾਰਾ ਕਰ ਦਿੰਦੇ ਨੇ,
ਕੀ ਗੱਲ ਹੈ, ਇਹਦਾ ਕੋਈ ਟੈਸਟ ਕੋਈ ਰੰਗਾ ਹੋ ਸਕਦਾ ਜੀ, ਉਹਦੇ ਬਾਰੇ ਜਾਣਕਾਰੀ। ਓਕੇ ਸਰ ਮੋਸਟਲੀ ਕਹਿ ਰਹੇ ਨੇ ਵੀ ਐਨਕ ਨੰਬਰ ਚੇਂਜ ਕਰਵਾ ਲਓ, ਉਹਦੇ ਕਰਕੇ ਸਿਰ ਦਰਦ ਹੈ ਜਾਂ ਕੋਈ। ਦੇਖੋ ਸਿਰ ਦਰਦ ਦੇ ਮੈਂ ਪਹਿਲੇ ਵੀ ਦੱਸ ਚੁੱਕਿਆ, ਸਭ ਮੋਸਟ ਇੰਪੋਰਟੈਂਟ ਜਿਹੜਾ ਸਿਰ ਦਰਦ ਦੇ ਵਿੱਚ ਹੁੰਦਾ ਉਹ ਹੁੰਦਾ ਕਲੀਨਿਕਲ ਹਿਸਟਰੀ। ਹਿਸਟਰੀ ਲੈ ਕੇ ਸਾਨੂੰ ਕਲੀਅਰ ਹੁੰਦਾ ਹੈ ਕਿ ਪੇਸ਼ੈਂਟ ਨੂੰ ਸਿਰ ਦਰਦ ਕਿਸ ਤਰ੍ਹਾਂ ਦਾ ਹੈਗਾ, ਪ੍ਰਾਇਮਰੀ ਹੈਡੇਕ ਹੈ, ਸੈਕੰਡਰੀ ਹੈਡੇਕ ਹੈ। ਇਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਤੁਸੀਂ? ਆਈ ਥਿੰਕ ਮੈਂ ਇਹਨਾਂ ਨੂੰ ਕਹਾਂਗਾ ਸਭ ਤੋਂ ਪਹਿਲੇ ਤਾਂ ਨਿਊਰੋਲੋਜਿਸਟ ਨੂੰ ਮਿਲਣ, ਕਿਸੇ ਆਸ-ਪਾਸ ਦੇ ਆਪਣੇ ਨਿਊਰੋਲੋਜਿਸਟ ਨੂੰ ਮਿਲਣ ਔਰ ਆਪਣਾ ਸਿਰ ਦਰਦ ਬਾਰੇ ਡਿਸਕ੍ਰਿਪਸ਼ਨ ਦੇਣ, ਉਸ ਹਿਸਾਬ ਨਾਲ ਅੱਗੇ ਫਿਰ ਟੈਸਟ ਕਰਾਉਣ ਸਾਰੇ। ਇੱਕ ਡਾਕਟਰ ਸਾਹਿਬ ਟੈਸਟ ਤੋਂ ਖਿਆਲ ਆ ਰਿਹਾ ਵੀ MRI ਆਮ ਤੌਰ ਤੇ ਜਦੋਂ ਕਿਤੇ ਕਹਿੰਦੇ ਕੋਈ ਸਿਰ ਦੀ ਬਿਮਾਰੀ ਹੈ ਤੇ MRI ਕਰਾਓ, ਕਿ ਸਾਨੂੰ ਸਿਰ ਦਰਦ ਹੋ ਰਹੀ ਹੈ ਕਿ ਹਰ ਤਰ੍ਹਾਂ ਦੀ ਸਿਰ ਦਰਦ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਹਾਂ ਸਾਨੂੰ MRI ਤੋਂ ਬਾਅਦ ਹੀ ਕਲੀਅਰ ਹੋ ਜਾਏਗਾ ਵੀ ਹਾਂ ਸਾਨੂੰ ਸਿਰ ਦਰਦ ਹੋ ਰਹੀ ਹੈ ਤੇ MRI ਕਰਵਾ ਲਈਏ ਫਿਰ ਹੀ ਪਤਾ ਲੱਗੇਗਾ। ਬਿਲਕੁਲ ਨਹੀਂ, ਇਹੀ ਤੇ ਮੇਨ ਪੁਆਇੰਟ ਹੈ ਕਿ ਮੇਨ ਜਿਹੜਾ ਸਾਨੂੰ ਪਤਾ ਚੱਲਦਾ ਹੈ ਸਿਰ ਦਰਦ ਦਾ ਕਲੀਨਿਕਲ ਹਿਸਟਰੀ ਤੋਂ। ਸਿਰਫ ਕੁਝ % ਲੋਕਾਂ ਨੂੰ ਹੀ ਲੋੜ ਹੈਗੀ ਹੈ ਸਿਰ ਦਰਦ ਦੀ, ਸਿਰਫ ਕੁਝ % ਲੋਕਾਂ ਨੂੰ। ਸੋ ਸਭ ਤੋਂ ਪਹਿਲੇ ਜਿਵੇਂ ਤਾਂ ਪਹਿਲੇ ਦੱਸ ਚੁੱਕਿਆ ਕਿ ਸਾਨੂੰ ਸਿਰ ਦਰਦ ਦੀ ਹਿਸਟਰੀ ਲੈਣੀ ਚਾਹੀਦੀ ਹੈ। ਉਹ ਹਿਸਟਰੀ ਵਿੱਚ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਦੇ ਡੇਂਜਰ ਸਾਈਨਸ ਤਾਂ ਨਹੀਂ ਹੈਗੇ ਜਿਹਨਾਂ ਨੂੰ ਅਸੀਂ ਰੈੱਡ ਫਲੈਗਸ ਹੈਗੇ ਆ। ਜੇ ਉਹ ਪੇਸ਼ੈਂਟ ਦੀ ਹਿਸਟਰੀ ਵਿੱਚ ਇਹੋ ਜਿਹੇ ਡੇਂਜਰ ਸਾਈਨ ਜਾਂ ਰੈੱਡ ਫਲੈਗਸ ਹੈਗੇ ਆ ਤਾਂ ਫਿਰ ਸਾਨੂੰ ਉਹਨਾਂ ਦੀ MRI ਜਾਂ CT ਸਕੈਨ ਲਈ ਭੇਜਣਾ ਚਾਹੀਦਾ ਹੈ। ਹੁਣ ਉਹ ਕੀ ਡੇਂਜਰ ਸਾਈਨਸ ਹੈ? ਜਦੋਂ ਸਿਰ ਦਰਦ ਦੇ ਨਾਲ ਇੱਕ ਪਾਸਾ ਕਮਜ਼ੋਰ ਹੋ ਜਾਏ, ਜਦੋਂ ਸਿਰ ਦਰਦ ਨਾਲ ਦੌਰਾ ਆ ਜਾਏ ਮਿਰਗੀ ਵਾਲਾ, ਜਦੋਂ ਸਿਰ ਦਰਦ ਨਾਲ ਬੁਖਾਰ ਹੋਵੇ, ਨਾਲ ਉਲਟੀਆਂ ਆਉਣ, ਜਾਂ ਜਦੋਂ ਪੇਸ਼ੈਂਟ ਕਵੇ ਸਡਨ ਸਵੇਰ ਹੈਡੇਕ ਹੈ ਕਿ ਇਹੋ ਜਿਹਾ ਕਦੇ ਸਿਰ ਦਰਦ ਹੋਇਆ ਹੀ ਨਹੀਂ ਜ਼ਿੰਦਗੀ ਵਿੱਚ, ਜਾਂ ਸੁਸਾਈਡ ਕਰਨ ਦਿਲ ਕਰਦਾ ਇੰਨਾ ਸਵੇਰ ਦਾ ਸਿਰ ਦਰਦ ਹੁੰਦਾ ਹੈ। ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਸਿਰ ਦਰਦ ਪੇਸ਼ੈਂਟ ਨੂੰ ਪਹਿਲੇ ਮਾਈਗ੍ਰੇਨ ਵਰਗਾ ਹੁੰਦਾ ਹੈ, ਪਰ ਜਦੋਂ ਉਹਦਾ ਪੈਟਰਨ ਬਦਲ ਜਾਏ, ਉਹਦੀ ਫ੍ਰੀਕੁਐਂਸੀ ਬਦਲ ਜਾਏ, ਫਿਰ ਸਾਨੂੰ ਉਹਨੂੰ ਵੀ ਇਨਵੈਸਟੀਗੇਟ ਕਰਨਾ ਚਾਹੀਦਾ ਹੈਗਾ। ਯਾਨੀ ਕਿ ਜਿਹੜਾ ਫੈਸਲਾ ਹੈ ਵੀ MRI ਕਰਵਾਉਣੀ ਕਿ ਨਹੀਂ ਕਰਵਾਉਣੀ ਹੈ ਡਾਕਟਰ ਫੈਸਲਾ ਲਵੇ, ਮਰੀਜ਼ ਆਪਣੇ ਤੌਰ ਤੇ ਫੈਸਲਾ ਲੈ ਕੇ ਬਿਲਕੁਲ ਨਹੀਂ ਤਾਂ ਅਨਨੈਸੈਸਰੀ ਅਸੀਂ ਇਨਵੈਸਟੀਗੇਸ਼ਨ ਚੱਕਰਾਂ ਵਿੱਚ ਪੈ ਜਾਂਦੇ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ, ਇਹਦੇ ਵਿੱਚ ਇੱਕ ਬੜਾ ਕਾਮਨ ਵਰਡ ਅਸੀਂ ਸੁਣਨ ਚ ਬਿਮਾਰੀ ਚ ਆਉਂਦਾ ਹੈ ਮਾਈਗ੍ਰੇਨ। ਇਸ ਮਾਈਗ੍ਰੇਨ ਆਪਣਾ ਤੁਸੀਂ ਇਹਦੇ ਬਾਰੇ ਡਿਸਕਸ ਕਰ ਲਿਆ, ਤੇ ਇਹਦੇ ਨਾਲ ਰਿਲੇਟਡ ਹੈ ਐਪੀਲੈਪਸੀ ਜਾਂ ਮਿਰਗੀ। ਮਿਰਗੀ ਦਾ ਡਾਕਟਰ ਸਾਹਿਬ ਕੀ ਤੁਸੀਂ ਆਖੋ ਵੀ ਮਿਰਗੀ ਹੈ ਕੀ ਅਸਲ ਦੇ ਵਿੱਚ? ਦੂਜੀ ਬਹੁਤ ਕਾਮਨ ਨਿਊਰੋਲੋਜੀਕਲ ਡਿਸਆਰਡਰਸ ਵਿੱਚ ਮਿਰਗੀ ਵੀ ਆਉਂਦੀ ਹੈਗੀ ਹੈ ਇੱਕ। ਮਿਰਗੀ ਇੱਕ ਬਿਮਾਰੀ ਹੈ ਜਿਸ ਵਿੱਚ ਬੰਦੇ ਨੂੰ ਬਾਰ-ਬਾਰ ਫਿਟਸ ਪੈਂਦੇ ਹੈ, ਕਨਵਲਸ਼ਨਸ ਪੈਂਦੇ ਹੈ। ਸੋ ਇਹ ਮਿਰਗੀ ਨੂੰ ਕਹਿੰਦੇ ਹੈਗੇ ਆ। ਇਹ ਕਿਉਂ ਹੁੰਦੀ ਹੈ? ਮਿਰਗੀ ਐਕਚੁਅਲੀ ਦਿਮਾਗ ਦੇ ਵਿੱਚ ਬ੍ਰੇਨ ਸਰਕਟ ਹੁੰਦੇ ਆ, ਜਿਵੇਂ ਇਲੈਕਟ੍ਰੀਕਲ ਸਰਕਟਸ ਹੁੰਦੇ ਆ, ਜਦੋਂ ਉਹਦੇ ਸਪਾਰਕਿੰਗ ਹੋ ਜਾਏ ਤਾਂ ਬੰਦੇ ਨੂੰ ਫਿਟਸ ਪੈ ਜਾਂਦੇ ਹੈਗੇ। ਅੱਛਾ, ਦੌਰਾ ਪੈ ਜਾਂਦਾ ਜੀ। ਦੌਰਾ, ਫਿਟਸ ਦਾ ਦੂਜਾ ਨਾਮ ਦੌਰਾ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਇੱਕ ਸਾਨੂੰ ਫੋਨ ਕਾਲ ਹੋਰ ਆ ਰਹੀ ਹੈ, ਅਸੀਂ ਪਹਿਲਾਂ ਅਟੈਂਡ ਕਰ ਲਈਏ। ਹੈਲੋ, ਹਾਂਜੀ ਬਲਜੀਤ ਕੌਰ ਜੀ, ਆਪ ਜੀ ਦਾ ਪ੍ਰੋਗਰਾਮ ਵਿੱਚ ਬਹੁਤ ਸਵਾਗਤ ਹੈ। ਡਾਕਟਰ ਸਾਹਿਬ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ। ਸਰ ਜੀ, ਮੇਰੇ ਨਾ ਜੀ ਬੇਟੀ ਹੈਗੀ, ਉਹਦੇ ਸਿਰ ਦੇ ਵਿੱਚ ਬਹੁਤ ਦਰਦ ਹੁੰਦਾ ਜੀ, ਅੱਧੇ ਸਿਰ 'ਚ ਦਰਦ ਹੁੰਦਾ ਜੀ, ਕਦੀ ਕਦੀ ਬਹੁਤ ਜ਼ਿਆਦਾ, ਦਵਾਈ ਵੀ ਬਹੁਤ ਲੈ ਲਈ ਜੀ ਪਰ ਠੀਕ ਨਹੀਂ ਹੁੰਦਾ ਜੀ। ਓਕੇ, ਅੱਛਾ ਦੱਸੋ ਡਾਕਟਰ ਸਾਹਿਬ, ਦੇਖੋ ਜਿਵੇਂ ਕੀ ਲੱਗ ਰਿਹਾ, ਹਾਲਾਂਕਿ ਪੂਰੀ ਆਪਣੇ ਕੋਲ ਹਿਸਟਰੀ ਨਹੀਂ ਹੈਗੀ, ਕਰ ਲਓ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ, ਇੰਜ ਹੈਗਾ ਕਿ ਦੇਖੋ ਜਿਹੜਾ ਅੱਧੇ ਸਾਈਡ ਦਾ ਸਿਰ ਦਰਦ ਹੈ ਕਦੇ ਕਦੇ ਹੁੰਦਾ ਹੈਗਾ, ਉਹਦੇ ਵਿੱਚ ਜ਼ਿਆਦਾ ਚਾਂਸਿਸ ਤੇ ਮਾਈਗ੍ਰੇਨ ਦੇ ਹੀ ਲੱਗਦੇ ਆ। ਜਿੰਨਾ ਪੁਰਾਣਾ ਸਿਰ ਦਰਦ ਹੈਗਾ ਉਨਾ ਹੀ ਪ੍ਰਾਇਮਰੀ ਹੈਡੇਕ ਹੋਣ ਦੇ ਜ਼ਿਆਦਾ ਚਾਂਸਿਸ ਹੈਗੇ ਆ। ਪ੍ਰਾਇਮਰੀ ਹੈਡੇਕ ਮਤਲਬ ਜਾਂ ਮਾਈਗ੍ਰੇਨ ਜਾਂ ਟੈਂਸ਼ਨ ਟਾਈਪ ਹੈਡੇਕ। ਟੈਂਸ਼ਨ ਟਾਈਪ ਹੈਡੇਕ ਕਦੀ ਵੀ ਯੂਨੀਲੇਟਰਲ ਨਹੀਂ ਹੁੰਦੀ, ਮੋਸਟਲੀ ਬਾਇਲੇਟਰਲ ਹੁੰਦੀ ਹੈ। ਉਹਦੇ ਵਿੱਚ ਮਰੀਜ਼ ਨੂੰ ਲੱਗਦਾ ਹੈ ਕਿ ਜਿਵੇਂ ਸਿਰ ਵਿੱਚ ਭਾਰ ਰੱਖਿਆ ਹੋਇਆ ਹੈ, ਸਿਰ ਖਿੱਚਿਆ ਹੋਇਆ ਹੈ, ਜਾਂ ਕਿਸੇ ਨੇ ਬੈਂਡ ਬੰਨ੍ਹ ਦਿੱਤਾ ਸਿਰ ਤੇ, ਰੱਸੀ ਬੰਨੀ ਹੋਈ ਹੈ। ਜੇ ਅੱਧਾ ਸਾਈਡ ਦਾ ਸਿਰ ਦਰਦ ਦਾ ਜ਼ਿਆਦਾ ਚਾਂਸਿਸ ਮਾਈਗ੍ਰੇਨ ਦੇ ਹੀ ਹੁੰਦੇ ਆ। ਉਹ ਜੇ ਕਦੇ ਕਦੇ ਹੁੰਦਾ ਹੈ ਤਾਂ ਫਿਰ ਸਾਨੂੰ ਉਸ ਹਿਸਾਬ ਨਾਲ ਦੇਖਣਾ ਚਾਹੀਦਾ ਫ੍ਰੀਕੁਐਂਸੀ ਕਿੰਨੀ ਹੈ। ਸੋ ਬਿਹਤਰ ਡਾਕਟਰ ਸਾਹਿਬ ਤੋਂ ਇਹ ਲੱਗ ਰਿਹਾ ਗੱਲ ਤੋਂ ਵੀ ਤੁਸੀਂ ਆਪਣੇ ਇਲਾਕੇ ਦੇ ਜਿਹੜੇ ਨਿਊਰੋਲੋਜਿਸਟ ਡਾਕਟਰ ਨੇ, ਜਿਹੜੇ ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ, ਉਹਨਾਂ ਨੂੰ ਇੱਕ ਵਾਰ ਆਪਣੀ ਬੇਟੀਆਂ ਨੂੰ ਦਿਖਾਓ ਤਾਂ ਕਿ ਇਹ ਸਹੀ ਡਾਇਗਨੋਸ ਕਰ ਪਾਣ ਵੀ ਵਾਕਿਆ ਉਹ ਮਾਈਗ੍ਰੇਨ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਹੈ। ਬਾਕੀ ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਮਿਰਗੀ ਦੀ ਗੱਲ ਕਰ ਰਹੇ ਸੀ, ਉਹਦੇ ਤੁਸੀਂ ਆਖਿਆ ਵੀ ਦੌਰਾ ਪੈ ਜਾਂਦਾ ਹੈ। ਦੌਰਾ ਕਿਸ ਤਰ੍ਹਾਂ, ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਜਾਂ ਇਹਦਾ ਕੋਈ ਡਾਇਗਨੋਸਟਿਕ ਟੈਸਟ ਹੁੰਦਾ ਹੈ, ਜਾਂ ਕਿਹਦੇ ਤੋਂ ਬਾਅਦ ਪਤਾ ਲੱਗਦਾ ਹੈ ਵੀ ਹਾਂ ਇਹ ਮਿਰਗੀ ਮਿਰਗੀ ਕਨਫਰਮ ਹੋ ਗਈ ਹੈ? ਸਭ ਤੋਂ ਪਹਿਲੇ ਤਾਂ ਦੌਰੇ ਬੇਸਿਕਲੀ ਦੋ ਤਰ੍ਹਾਂ ਦੇ ਹੁੰਦੇ ਆ। ਵਨ ਇਜ਼ ਜਨਰਲਾਈਜ਼ਡ ਸੀਜ਼ਰਸ ਜਾਂ ਦੂਜੇ ਹੁੰਦੇ ਆ ਪਾਰਸ਼ੀਅਲ ਸੀਜ਼ਰਸ, ਜਿਹਨੂੰ ਫੋਕਲ ਸੀਜ਼ਰਸ ਬੋਲਦੇ ਆ। ਜਨਰਲਾਈਜ਼ਡ ਸੀਜ਼ਰਸ ਉਹ ਹੁੰਦਾ ਹੈ ਜਦੋਂ ਦਿਮਾਗ ਦੇ ਡਿਫਰੈਂਟ ਹਿੱਸੇ ਸਾਈਮਲਟੇਨੀਅਸਲੀ ਬਰਸਟ ਕਰਨੇ ਸ਼ੁਰੂ ਕਰ ਦਿੰਦੇ ਆ। ਓਕੇ, ਉਸ ਦੇ ਕਾਰਨ ਬੰਦੇ ਨੂੰ ਜਨਰਲਾਈਜ਼ ਟੋਨਿਕ ਕਲੋਨਿਕ ਟਾਈਪ ਸੀਜ਼ਰ ਆਂਦਾ ਹੈਗਾ। ਉਹਦੇ ਵਿੱਚ ਕੀ ਹੁੰਦਾ ਹੈ ਕਿ ਬੰਦਾ ਬੈਠਾ ਹੈ ਜਾਂ ਖੜਾ ਹੋਇਆ ਫਟਾਫਟ ਡਿੱਗ ਜਾਂਦਾ ਹੈ, ਹੱਥ ਪੈਰ ਆਕੜ ਜਾਂਦੇ ਆ, ਫਿਰ ਕੰਬਦੇ ਆ। ਉਸ ਦੇ ਵਿੱਚ ਹੋ ਸਕਦਾ ਹੈ ਕਿ ਆਪਣੀ ਜੀਭ ਕੱਟ ਲੇ, ਮੂੰਹ ਤੋਂ ਝੱਗ ਆ ਜਾਏ, ਅੱਖਾਂ ਉੱਤੇ ਚੜ ਜਾਣ, ਜਾਂ ਕਈ ਵਾਰ ਬਾਥਰੂਮ ਔਰ ਈਵਨ ਸਟੂਲ ਵੀ ਵਿੱਚ ਪਾਸ ਕਰ ਦਿੰਦਾ ਹੈਗਾ। ਇਸ ਦੌਰੇ ਨੂੰ ਬੋਲਦੇ ਆ ਜਨਰਲਾਈਜ਼ ਟੋਨਿਕ ਕਲੋਨਿਕ ਸੀਜ਼ਰ, ਜਿਹੜਾ ਦਿਮਾਗ ਦੇ ਡਿਫਰੈਂਟ ਹਿੱਸੇ ਵਿੱਚ ਸਾਈਮਲਟੇਨੀਅਸਲੀ ਪੈਦਾ ਹੋਇਆ ਹੈ। ਠੀਕ ਹੈ। ਸੈਕਿੰਡ ਟਾਈਪ ਦਾ ਸੀਜ਼ਰ ਹੁੰਦਾ ਹੈ ਪਾਰਸ਼ੀਅਲ ਸੀਜ਼ਰ, ਜਿਹੜਾ ਦਿਮਾਗ ਦੇ ਕਿਸੇ ਪਾਰਟਿਕੂਲਰ ਹਿੱਸੇ ਵਿੱਚ ਹੀ
ਪੈਦਾ ਹੁੰਦਾ ਹੈ ਔਰ ਸਪਰੈਡ ਨਹੀਂ ਕਰਦਾ ਡਿਫਰੈਂਟ ਏਰੀਆਸ ਆਫ ਬ੍ਰੇਨ ਵਿੱਚ। ਓਕੇ, ਸੋ ਉਹਦੇ ਵਿੱਚ ਉਹ ਅੱਗੇ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਉਹਦੇ ਵਿੱਚ ਜਾਂ ਤਾਂ ਅਵੇਅਰਨੈਸ ਬੰਦਾ ਲੂਜ਼ ਕਰ ਜਾਂਦਾ ਹੈ ਜਾਂ ਬੰਦਾ ਅਵੇਅਰਨੈਸ ਲੂਜ਼ ਨਹੀਂ ਕਰਦਾ। ਤੁਸੀਂ ਡਾਕਟਰ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਵੀ ਬੰਦੇ ਦੇ ਹੱਥ ਪੈਰ ਟੇਢੇ ਹੋ ਜਾਂਦੇ ਜਾਂ ਦੌਰਾ ਜਿਹਨੂੰ ਅਸੀਂ ਕਹਿੰਦੇ, ਆਸੇ-ਪਾਸੇ ਦੇ ਜੋ ਲੋਕ ਨੇ ਉਹਨਾਂ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਵੀ ਹਾਂ ਇਸ ਬੰਦੇ ਨੂੰ ਦੌਰਾ ਪੈ ਰਿਹਾ, ਉਹ ਕਿਸ ਤਰ੍ਹਾਂ ਇਹਨੂੰ ਸਮਝਣ ਔਰ ਉਹਦੇ ਲਈ ਦੇਸੀ ਨੁਕਤਾ ਕੀ ਕਰਨ? ਇੱਕ ਫੋਨ ਕਾਲ ਆ ਰਹੀ ਹੈ, ਆਪਾਂ ਇਸ ਸਵਾਲ ਦਾ ਜਵਾਬ ਆਪਾਂ ਲੈਣੇ ਤੁਹਾਡੇ ਕੋਲੋਂ। ਹੈਲੋ ਹੈਲੋ, ਹਾਂਜੀ ਜਸਵਿੰਦਰ ਸਿੰਘ ਜੀ, ਸਵਾਗਤ ਹੈ ਆਪਦਾ ਪ੍ਰੋਗਰਾਮ ਵਿੱਚ। ਡਾਕਟਰ ਸਾਹਿਬ ਤੋਂ ਸਵਾਲ ਪੁੱਛੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਐਕਚੁਅਲੀ ਮੇਰਾ ਵਾਈਫ ਦਾ ਸਿਰ ਦਰਦ ਹੋ ਰਿਹਾ ਬਹੁਤ ਜ਼ਿਆਦਾ, ਉਹ ਸਿਰ ਦੇ ਵਿੱਚੋਂ ਕਾਫੀ ਮਤਲਬ ਸੁੰਨ-ਸਾ ਹੋ ਜਾਂਦਾ। 2 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਹੀ ਹੈ। ਹਾਂ, ਉਹਦੇ ਬਾਰੇ ਪੁੱਛਣਾ ਵੀ ਕੀ ਕਾਰਨ? ਕੀ ਕਿਹਾ ਡਾਕਟਰ ਸਾਹਿਬ ਨੇ ਜਿਨ੍ਹਾਂ ਨੂੰ ਦਿਖਾਇਆ, ਉਹਨਾਂ ਨੇ ਕੀ ਕਿਹਾ ਇਹਦੇ ਬਾਰੇ? ਉਹਨਾਂ ਨੇ ਦਵਾਈ ਦਿੱਤੀ ਜੋ ਟ੍ਰੀਟਮੈਂਟ ਚੱਲ ਰਹੀ ਹੈ। ਇਹ ਕਿੰਨੀ ਦੇਰ ਤੋਂ ਸਿਰ ਦਰਦ ਹੋ ਰਿਹਾ ਹੈ? ਇਹ ਜੀ 3 ਮਹੀਨਿਆਂ ਤੋਂ ਹੋ ਰਿਹਾ। ਸਿਰਫ 3 ਮਹੀਨੇ ਤੋਂ ਹੀ ਹੁੰਦਾ ਜਾਂ ਪਹਿਲਾਂ ਵੀ ਵਿੱਚ ਹੋ ਜਾਂਦਾ ਹੁੰਦਾ ਸੀ? ਪਹਿਲਾਂ ਵੀ ਹੋਇਆ ਸੀ, ਸਾਲ 1.5 ਸਾਲ ਪਹਿਲਾਂ ਹੋਇਆ ਸੀ, ਫਿਰ ਟ੍ਰੀਟਮੈਂਟ ਕਰਕੇ ਬੰਦ ਕਰਤਾ ਸੀ, ਦੁਬਾਰਾ ਫੇਰ ਹੁਣ ਹੋਇਆ। ਸਿਰ ਦਰਦ ਅੱਧੇ ਸਿਰ ਦਾ ਹੁੰਦਾ, ਪੂਰਾ ਸਿਰ ਹੁੰਦਾ ਹੈ? ਨਹੀਂ ਜੀ, ਸੈਂਟਰ 'ਚ ਹੋ ਰਿਹਾ। ਸਰ ਉਲਟੀਆਂ ਦਾ ਦਿਲ ਕਰਦਾ ਸਿਰ ਦਰਦ ਦੇ ਨਾਲ? ਨਹੀਂ ਜੀ, ਉਲਟੀ ਦਾ ਕੋਈ ਹੈ ਜੀ। ਉਦੋਂ ਦਿਲ ਕਰਦਾ ਲਾਈਟ ਬੰਦ ਹੋ ਜਾਏ, ਕੋਈ ਸ਼ੋਰ ਨਾ ਮਚਾਏ? ਹਾਂਜੀ ਹਾਂ, ਸੌਣ ਨੂੰ ਮਨ ਕਰਦਾ, ਆਰਾਮ ਨੂੰ ਮਨ ਕਰਦਾ ਵੀ। ਦੇਖੋ ਤੁਸੀਂ ਦੇਖੋ, ਅਸੀਂ ਹਿਸਟਰੀ ਨੂੰ ਅਸੀਂ ਡੈਸੀਫਰ ਕਰੀਏ ਤੇ ਇਹਨਾਂ ਦਾ ਸਿਰ ਦਰਦ ਬੜਾ ਪੁਰਾਣਾ ਹੈ, ਐਕਚੁਅਲੀ 1.5-2 ਸਾਲ ਪੁਰਾਣਾ ਹੈ। ਵਿੱਚ ਜਿਹੜਾ ਆ ਜਾਂਦਾ ਹੈ ਜਿਹਨੂੰ ਐਕਚੁਅਲੀ ਬੋਲਦੇ ਆ ਐਪੀਸੋਡਿਕ ਮਾਈਗ੍ਰੇਨ। ਓਕੇ, ਸੋ ਮਾਈਗ੍ਰੇਨ ਦਾ ਹੀ ਇੱਕ ਐਪੀਸੋਡਿਕ, ਅਗਰ ਸਿਰ ਦਰਦ ਮਹੀਨੇ ਵਿੱਚ 15 ਦਿਨ ਤੋਂ ਜ਼ਿਆਦਾ ਹੋ ਰਿਹਾ ਤਾਂ ਉਹਨੂੰ ਬੋਲਦੇ ਆ ਕ੍ਰੋਨਿਕ ਮਾਈਗ੍ਰੇਨ। ਜੇ ਵਿੱਚ ਆਂਦਾ ਉਹਨੂੰ ਬੋਲਦੇ ਆ ਐਪੀਸੋਡਿਕ ਮਾਈਗ੍ਰੇਨ। ਇਹਨਾਂ ਇਸ ਚੀਜ਼ ਦਾ ਇਲਾਜ ਹੈ? ਬਿਲਕੁਲ, ਮਾਈਗ੍ਰੇਨ ਦਾ ਬੜਾ ਅੱਛਾ ਇਲਾਜ ਹੈ। ਸਭ ਤੋਂ ਪਹਿਲੇ ਇਹੋ ਜਿਹੇ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਹੈਡੇਕ ਡਾਇਰੀ ਬਣਾਉਣ। ਅੱਛਾ ਜੀ। ਉਹਦੇ ਵਿੱਚ ਨੋਟ ਕਰਨ ਕਿ ਕਦੋਂ ਸਿਰ ਦਰਦ ਹੁੰਦਾ ਹੈ ਔਰ ਜਦੋਂ ਸਿਰ ਦਰਦ ਹੁੰਦਾ ਉਹ ਕੀ ਫੈਕਟਰ ਜਿਹੜੇ ਟ੍ਰਿਗਰਸ ਕਰਦੇ ਆ ਸਿਰ ਦਰਦ ਨੂੰ, ਉਹ ਫੈਕਟਰ ਨੋਟ ਕਰਨ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗਾ ਵੀ ਜਿਸ ਤਰ੍ਹਾਂ ਇਸ ਪ੍ਰੋਗਰਾਮ ਇੰਨਾ ਇੰਪੋਰਟੈਂਟ ਹੈ ਔਰ ਇਹਦੇ ਵਿੱਚ ਜੋ ਡਾਕਟਰ ਸਾਹਿਬ ਵੱਲੋਂ ਜ਼ਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਪਲੀਜ਼ ਨੋਟ ਕਰ ਲਿਆ ਕਰੋ ਤਾਂ ਕਿ ਲਾਈਫ ਦੇ ਵਿੱਚ ਤੁਹਾਡੇ ਬਹੁਤ ਕੰਮ ਆਏ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਵੀ ਆਪਣੀ ਡਾਇਰੀ ਬਣਾਓ ਵੀ ਤੁਹਾਨੂੰ ਇਹੋ ਜਿਹੀ ਸਿਰ ਦਰਦ ਕਿੰਨੀ ਤਰੀਕ ਨੂੰ ਹੋਈ ਹੈ, ਕਿੰਨਾ ਚਿਰ ਰਹਿ ਰਹੀ ਹੈ, ਇੱਕ ਪੇਜ ਤੇ ਤੁਸੀਂ ਲਿਖਣਾ ਸ਼ੁਰੂ ਕਰੋ ਤੇ ਸਾਲ ਦੇ ਐਂਡ ਜਾਂ 6 ਮਹੀਨੇ ਬਾਅਦ ਤੁਹਾਨੂੰ ਉਹਦਾ ਪੈਟਰਨ ਪਤਾ ਲੱਗ ਜਾਏਗਾ ਵੀ ਕਿਸ ਤਰ੍ਹਾਂ ਹੋ ਰਿਹਾ ਔਰ ਡਾਕਟਰ ਨੂੰ ਉਸ ਬਿਮਾਰੀ ਨੂੰ ਲੱਭਣ ਲਈ ਬਹੁਤ ਸੌਖਾ ਹੋਏਗਾ। ਜੀ ਡਾਕਟਰ ਸਾਹਿਬ, ਔਰ ਟ੍ਰਿਗਰਸ ਲੱਭਣ, ਔਰ ਮੋਸਟਲੀ ਮਾਈਗ੍ਰੇਨ ਦੇ ਸਟਰਨ ਟ੍ਰਿਗਰਸ ਹੁੰਦੇ ਆ, ਜਿਵੇਂ ਕਿਹਦੇ ਕਰਕੇ ਵੱਧ ਰਹੀ ਹੈਗੀ ਹੈ, ਜਿਵੇਂ ਇੱਕ ਦਿਨ ਜਾਂ ਜ਼ਿਆਦਾ ਸੋਣਾ ਜਾਂ ਘੱਟ ਸੋਣਾ, ਜਾਂ ਕਈ ਵਾਰ ਕੁਝ ਸਪੈਸ਼ਲ ਫੂਡ ਆਈਟਮਸ ਹੁੰਦੀਆਂ, ਚਾਈਨੀਜ਼ ਫੂਡ, ਚਾਕਲੇਟ, ਕੌਫੀ, ਜਾਂ ਕਈ ਵਾਰ ਧੁੱਪੇ ਚੱਲਣ ਨਾਲ ਜਾਂ ਸਡਨ ਚੇਂਜ ਇਨ ਵੈਦਰ, ਗਰਮ ਸਰਦ ਹੋ ਜਾਣਾ ਹੈਗਾ, ਉਹ ਸਾਰੇ ਮਿਰਗੀ ਦੇ ਦੌਰੇ ਨੂੰ ਇਹ ਸਾਰੇ ਮਾਈਗ੍ਰੇਨ ਦੇ ਟ੍ਰਿਗਰਸ ਹੈਗੇ ਆ। ਠੀਕ ਹੈ, ਸੋ ਆਪਣੇ ਟ੍ਰਿਗਰਸ ਨੂੰ ਨੋਟ ਕਰੋ ਔਰ ਟ੍ਰਿਗਰਸ ਨੂੰ ਅਵੋਇਡ ਕਰੋ। ਠੀਕ ਹੈ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਵੀ ਜਿਸ ਤਰ੍ਹਾਂ ਕਿਸੇ ਨੂੰ ਮਿਰਗੀ ਦਾ ਦੌਰਾ ਪੈ ਗਿਆ, ਉਹਦੇ ਆਲੇ ਦੁਆਲੇ ਜੋ ਲੋਕ ਨੇ ਉਹ ਫੌਰੀ ਤੌਰ ਤੇ ਕੀ ਕਰਨ? ਕਿਹੜਾ ਦੇਸੀ ਨੁਕਤਾ ਵਰਤਨ ਜਾਂ ਕੋਈ ਕਿਸੇ ਅਸੀਂ ਇਹ ਦੇਸੀ ਨੁਕਤੇ ਨੂੰ ਅੰਧ ਵਿਸ਼ਵਾਸ ਵਾਲੇ ਪਾਸੇ ਤੇ ਨਹੀਂ ਅਸੀਂ ਜਾ ਰਹੇ? ਕੀ ਕਰਨਾ ਚਾਹੀਦਾ? ਸਭ ਤੋਂ ਪਹਿਲੇ ਤੇ ਕਲੀਅਰ ਹੋਣਾ ਚਾਹੀਦਾ ਹੈ ਕਿ ਜਿਹੜੀ ਮਿਰਗੀ ਹੈ ਇਹ ਇੱਕ ਨਿਊਰੋਲੋਜੀਕਲ ਡਿਸਆਰਡਰ ਹੈ। ਠੀਕ ਹੈ, ਇਹ ਬਿਮਾਰੀ ਹੈ ਅਸਲ ਦੇ ਵਿੱਚ। ਹਾਂ, ਨਿਊਰੋਲੋਜੀਕਲ ਡਿਸਆਰਡਰ ਹੈ। ਇਹ ਕੋਈ ਇਸ ਵਿੱਚ ਕੋਈ ਅੰਧ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਇਹਦੇ ਵਿੱਚ ਕੋਈ ਭੂਤ ਪ੍ਰੇਤ ਨਹੀਂ ਹੁੰਦਾ, ਕੋਈ ਉੱਪਰੀ ਸ਼ਾਇ ਨਹੀਂ ਹੁੰਦੀ। ਜੁੱਤੀ ਸੰਘਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਦੌਰੇ ਨੇ ਆਪਣੇ ਆਪ ਹੀ 1 ਜਾਂ 2 ਮਿੰਟ ਵਿੱਚ ਬੰਦ ਹੋ ਜਾਣਾ ਹੁੰਦਾ। ਇੱਕ ਸਰ ਚਮਚ ਵੀ ਮੂੰਹ ਚ ਅੜਾ ਦਿੰਦੇ ਦੰਦ। ਬਿਲਕੁਲ ਨਹੀਂ। ਸੋ ਸਭ ਤੋਂ ਪਹਿਲੇ ਜੇ ਤੁਹਾਨੂੰ ਲੱਗੇ ਕਿ ਪੇਸ਼ੈਂਟ ਨੂੰ ਦੌਰਾ ਪੈ ਰਿਹਾ ਹੈ ਤਾਂ ਸਭ ਤੋਂ ਪਹਿਲੇ ਤੁਸੀਂ ਆਪ ਸ਼ਾਂਤ ਰਹੋ ਜੀ, ਔਰ ਉਸ ਤੋਂ ਬਾਅਦ ਉਹ ਪੇਸ਼ੈਂਟ ਨੂੰ ਲਿਟਾ ਦਿਓ ਜੀ। ਲਟਾਉਣ ਤੋਂ ਬਾਅਦ ਉਹਨੂੰ ਸਾਈਡ ਕਰ ਦਿਓ ਤਾਂ ਕਿ ਉਹਦੀ ਜਿਹੜੀ ਸਕ੍ਰੀਸ਼ਨਸ ਇਕੱਠੀਆਂ ਹੋਈਆਂ ਉਹ ਨੀਚੇ ਆ ਜਾਣ ਔਰ ਐਸਪੀਰੇਟ ਨਾ ਕਰ ਜਿਓ। ਉਸ ਤੋਂ ਬਾਅਦ ਜੇ ਉਹਨੇ ਕੋਈ ਟਾਈਟ ਕੱਪੜਾ ਪਾਇਆ ਹੋਇਆ, ਜਿਵੇਂ ਟਾਈ ਪਾਈ ਹੋਈ ਹੈ, ਉਹਨੂੰ ਢਿੱਲਾ ਕਰ ਦੇਣ ਔਰ ਆਸੇ-ਪਾਸੇ ਜੇ ਕੋਈ ਤਿੱਖੀ ਚੀਜ਼ ਹੈ ਉਹਨੂੰ ਦੂਰ ਕਰ ਦੇਣ। ਸੋ ਇਹ ਉਹ ਚੀਜ਼ਾਂ ਜਿਹੜੀ ਕਰਨੀ ਚਾਹੀਦੀਆਂ। ਜਿਹੜੀ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਉਹ ਹੈ ਜੁੱਤੀ ਸੁੰਘਾਉਣਾ ਜਾਂ ਉਹਦੇ ਮੂੰਹ ਵਿੱਚ ਆਪਣਾ ਹੱਥ ਦੇਣਾ ਜਾਂ ਚਮਚ ਪਾਣਾ। ਡਾਕਟਰ ਸਾਹਿਬ ਨੇ ਬਹੁਤ ਹੀ ਇੰਪੋਰਟੈਂਟ ਗੱਲਾਂ ਕਹੀਆਂ ਨੇ। ਆਮ ਤੌਰ ਤੇ ਜਦੋਂ ਭੱਜ ਨਸ ਪੈਂਦੀ ਹੈ ਤੇ ਇਹ ਗਲਤੀਆਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਅਸੀਂ ਇਦਾਂ ਹੀ ਸੁਣਦੇ ਆ ਰਹੇ ਹਾਂ, ਪਰ ਮੈਨੂੰ ਉਮੀਦ ਹੈ ਵੀ ਅੱਜ ਤੋਂ ਬਾਅਦ ਤੁਹਾਡੀ ਨੌਲੇਜ ਵੀ ਅਪਡੇਟ ਹੋ ਚੁੱਕੀ ਹੈ। ਅੱਛਾ ਡਾਕਟਰ ਸਾਹਿਬ, ਮਿਰਗੀ ਦਾ ਟ੍ਰੀਟਮੈਂਟ ਹੈ ਕੀ ਹੈ ਔਰ ਕੀ ਲੰਮਾ ਸਮਾਂ ਦਵਾਈ ਖਾਣੀ ਪੈਂਦੀ, ਕੀ ਕਰਨਾ ਹੁੰਦਾ ਇਹਦੇ? ਸੋ ਅਸੀਂ ਡਾਇਗਨੋਸਿਸ ਤੋਂ ਪਹਿਲੇ ਆਉਂਦੇ ਹਾਂ। ਡਾਇਗਨੋਸਿਸ ਵਾਸਤੇ ਮਿਰਗੀ ਦੇ ਵਾਸਤੇ ਕਲੀਨਿਕਲ ਹਿਸਟਰੀ, EEG ਔਰ MRI, ਇਹ ਤਿੰਨਾਂ ਦੇ ਬੇਸ ਤੋਂ ਬਾਅਦ ਅਸੀਂ ਡਾਇਗਨੋਸ ਬਣਾਉਂਦੇ ਹੈਗੇ। ਠੀਕ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮਿਰਗੀ ਦਾ ਕਾਰਨ ਕੀ ਹੈ। ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਨੂੰ ਕਾਰਨ ਪਤਾ ਹੋਏਗਾ ਤਾਂ ਹੀ ਦੱਸ ਸਕਦੇ ਹਾਂ ਅਸੀਂ ਟ੍ਰੀਟਮੈਂਟ ਦੀ ਡਿਊਰੇਸ਼ਨ ਕਿੰਨੀ ਹੋਏਗੀ। ਠੀਕ ਹੈ। ਆਮ ਤੌਰ ਤੇ ਲੋਕੀ ਹਮੇਸ਼ਾ ਹੀ ਮੈਨੂੰ ਆ ਕੇ ਕਹਿੰਦੇ ਸਾਡੇ 2 ਸਾਲ ਹੋ ਗਏ, 3 ਸਾਲ ਹੋ ਗਏ, ਸਾਡੀ ਦਵਾਈ ਬੰਦ ਕਰ ਦਿਓ। ਸੋ ਹਰ ਬੰਦਾ ਹੈਜ਼ ਟੂ ਬੀ ਇੰਡੀਵਿਜੂਅਲਾਈਜ਼। ਹਰ ਬੰਦੇ ਦੀ ਮਿਰਗੀ ਦਾ ਕਾਰਨ ਅਲੱਗ ਹੈ ਔਰ ਉਸ ਕਾਰਨ ਦੇ ਹਿਸਾਬ ਨਾਲ ਉਹਦੀ ਡਿਊਰੇਸ਼ਨ ਆਫ ਟ੍ਰੀਟਮੈਂਟ
ਚੱਲਣੀ ਹੈ। ਮੋਸਟਲੀ ਮਿਰਗੀ ਦੇ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਹੈ ਕਿ ਜਾਂ ਤਾਂ ਹੈਡ ਇੰਜਰੀ ਹੁੰਦੀ ਹੈ ਜਾਂ ਸਟ੍ਰੋਕ, ਜਿਹਨੂੰ ਸਟਰਕਚਰਲ ਕੋਜ਼ ਬੋਲਦੇ ਆ, ਹੈਡ ਇੰਜਰੀ, ਹੈਡ ਕੋਈ ਸਟ੍ਰੋਕ ਦੇ ਕਾਰਨ ਕੋਈ ਦਾਗ ਪਿਆ ਹੋਏ ਜਾਂ ਬ੍ਰੇਨ ਦੇ ਵਿੱਚ ਕੀੜਾ ਆ ਜਾਏ ਜਾਂ ਟਿਊਬਰਕਲੋਸਿਸ ਹੋ ਜਾਏ ਬ੍ਰੇਨ ਦੀ। ਉਸ ਤੋਂ ਇਲਾਵਾ ਕੋਰਟੀਕਲ ਡਿਸਪਲੇਜ਼ੀਆਸ, ਮਾਲਫਾਰਮੇਸ਼ਨਸ ਹੁੰਦੀਆਂ ਜਾਂ ਕਈ ਇਡੀਓਪੈਥਿਕ ਕਾਜ਼ਸ ਹੁੰਦੇ ਆ ਜਿਹਨੂੰ ਅੱਜਕੱਲ ਜੈਨੇਟਿਕ ਐਪੀਲੈਪਸਿਸ ਬੋਲਦੇ ਹੈਗੇ। ਸਰ ਤੁਸੀਂ ਕਿਹਾ ਵੀ ਦਿਮਾਗ 'ਚ ਕੀੜਾ ਆ ਜਾਏ, ਉਸ ਨੂੰ ਕੀ ਨਿਊਰੋਸਿਸਟਿਕ ਸਰਕੋਸਿਸ ਜਿਹਨੂੰ ਅਸੀਂ ਮੈਡੀਕਲ ਟਰਮੀਨੋਲੋਜੀ ਬਿਲਕੁਲ ਨਿਊਰੋਸਿਸਟਿਕ ਸਰਕੋਸਿਸ, ਉਹ ਕਾਦੇ ਕਰਕੇ ਹੋ ਜਾਂਦਾ, ਕੀੜਾ ਕਿਸ ਤਰ੍ਹਾਂ ਹੁੰਦਾ ਦਿਮਾਗ? ਇਹ ਵੀ ਇੱਕ ਬੜੀ ਲੋਕਾਂ ਨੂੰ ਹੈਗਾ ਕਿ ਗੋਭੀ ਨਾਲ ਜਾਂ ਪਤਾ ਨਹੀਂ ਸੂਰ ਖਾਣ ਨਾਲ ਹੁੰਦਾ। ਇਹ ਮੋਸਟਲੀ ਕਿਸੇ ਵੀ ਵੈਜੀਟੇਬਲ ਨੂੰ ਥਰੂ ਆ ਸਕਦਾ ਹੈ ਜੇ ਅਸੀਂ ਉਹਨੂੰ ਸਾਫ਼ ਧੋ ਕੇ ਨਾ ਖਾਈਏ। ਮਤਲਬ ਕਿ ਇਹ ਨਹੀਂ ਆ ਵੀ ਗੋਭੀ, ਬੰਦ ਗੋਭੀ ਦੇ ਵਿੱਚ ਹੀ ਕੱਲੀ ਬੰਦ ਗੋਭੀ ਨਹੀਂ, ਹੋਰ ਵੀ ਕਿਸੇ ਵੈਜੀਟੇਬਲ ਵਿੱਚ ਆ ਸਕਦਾ ਹੈ। ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਧੋਵਾਂਗੇ ਤਾਂ ਸਾਡੇ ਪੇਟ ਵਿੱਚ ਜਾ ਸਕਦਾ। ਚੰਗੀ ਤਰ੍ਹਾਂ ਧੋਣਾ ਚਾਹੀਦਾ ਔਰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ। ਬਿਲਕੁਲ। ਅੱਛਾ ਡਾਕਟਰ ਸਾਹਿਬ, ਇੱਕ ਆਮ ਤੌਰ ਤੇ ਨਿਊਰੋਲੋਜੀਕਲ ਡਿਸਆਰਡਰ ਇੱਕ ਹੋਰ ਬੜਾ ਕਾਮਨ ਦੇਖਿਆ ਜਾਂਦਾ ਜਿਹਨੂੰ ਕਹਿੰਦੇ ਸਟ੍ਰੋਕ ਜਾਂ ਅਧਰੰਗ ਜਾਂ ਪਾਸਾ ਕਿਸੇ ਦਾ ਮਰ ਜਾਣਾ। ਇਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਕਿ ਸਾਨੂੰ ਇਹਦੇ ਬਾਰੇ ਅਵੇਅਰ ਕਿੱਦਾਂ ਹੋਣਾ ਚਾਹੀਦਾ, ਜ਼ਿਆਦਾ ਹੋਣਾ ਚਾਹੀਦਾ, ਕਿਉਂ ਇਹਦੇ ਬਾਰੇ ਅਸੀਂ ਸੋਚਣਾ ਪੈ ਰਿਹਾ? ਜਿਹਨੂੰ ਕਿ ਅਸੀਂ ਪੈਰਾਲਾਈਸਿਸ ਦਾ ਅਟੈਕ ਬੋਲਦੇ ਹਾਂ ਜੀ, ਜਾਂ ਅਸੀਂ ਇਹਨੂੰ ਅਧਰੰਗ ਬੋਲਦੇ ਹਾਂ ਜੀ ਜੀ ਜੀ, ਲਕਵਾ ਵੀ ਬੋਲਦੇ ਹਾਂ। ਇਟਸ ਅ ਮੋਸਟ ਕਾਮਨ ਕਾਜ਼ ਆਫ ਡਿਸੇਬਿਲਿਟੀ ਇਨ ਦਾ ਵਰਲਡ। ਇਹਦੇ ਵਾਸਤੇ ਹਿੰਦੁਸਤਾਨ ਵਿੱਚ ਜਾਗਰੂਕਤਾ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਟ ਇਜ਼ ਅ ਮੋਸਟ ਕਾਮਨ ਕਾਜ਼ ਆਫ ਡਿਸੇਬਿਲਿਟੀ ਐਂਡ ਇਟ ਇਜ਼ ਦਾ ਸੈਕੰਡ ਮੋਸਟ ਕਾਮਨ ਕਾਜ਼ ਆਫ ਡੈਥ ਆਫਟਰ ਹਾਰਟ ਅਟੈਕ। ਦੁਨੀਆ ਵਿੱਚ ਹਾਰਟ ਅਟੈਕ ਤੋਂ ਬਾਅਦ ਸਭ ਤੋਂ ਮੌਤਾਂ ਇਸ ਦੇ ਕਾਰਨ ਹੁੰਦੀਆਂ। ਸਰ ਇਹ ਆਮ ਤੌਰ ਤੇ ਜਿਹੜੀ ਚੀਜ਼ ਸਟ੍ਰੋਕ ਹੈ ਇਹ ਬਜ਼ੁਰਗਾਂ ਨੂੰ ਜ਼ਿਆਦਾ ਹੁੰਦੀ ਕਿ ਯੰਗ ਪਰਸਨ ਵੀ ਇਹਦੀ ਚਪੇਟ 'ਚ ਆ ਰਹੇ ਨੇ ਅੱਜ ਕੱਲ੍ਹ? ਇਹ ਹਰ ਏਜ ਗਰੁੱਪ ਨੂੰ ਇਫੈਕਟ ਕਰਦਾ ਪਿਆ। ਵੈਸੇ ਇਹਦਾ ਇਨਸੀਡੈਂਸ ਉਮਰ ਦੇ ਹਿਸਾਬ ਨਾਲ ਵੱਧਦਾ ਹੈ ਬਟ ਇੰਡੀਆ ਦੇ ਵਿੱਚ ਯੰਗ ਪੋਪੂਲੇਸ਼ਨ ਵੀ ਬਹੁਤ ਜ਼ਿਆਦਾ ਅਫੈਕਟਡ ਹੈ ਸਟ੍ਰੋਕ ਦੇ ਨਾਲ। ਇੱਕ ਡਾਕਟਰ ਸਾਹਿਬ ਸਾਨੂੰ ਫੋਨ ਕਾਲ ਆ ਰਹੀ ਹੈ, ਆਪਾਂ ਪਹਿਲਾਂ ਲੈ ਲਈਏ ਫਿਰ ਇਸ ਦੇ ਬਾਰੇ ਹੋਰ ਡਿਸਕਸ ਕਰਾਂਗੇ। ਹੈਲੋ, ਹਾਂਜੀ ਸੁਖਦੇਵ ਸਿੰਘ ਜੀ, ਆਪ ਜੀ ਦਾ ਸਵਾਗਤ ਹੈ। ਡਾਕਟਰ ਸਾਹਿਬ ਕੋਲੋਂ ਆਪਣਾ ਸਵਾਲ ਪੁੱਛੋ। ਮੇਰੇ ਖਿਆਲ ਲਾਈਨ ਕੱਟੀ ਜਾ ਰਹੀ ਹੈ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸਟ੍ਰੋਕ ਦੀ, ਕਿੰਨੀ ਤਰ੍ਹਾਂ ਦਾ ਸਟ੍ਰੋਕ ਹੁੰਦਾ? ਹਾਂ ਮੇਰੇ ਖਿਆਲ ਆ ਗਈ ਲਾਈਨ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਪੁੱਛੋ ਜੀ, ਆਪਣਾ ਸਵਾਲ ਪੁੱਛੋ। ਟੀਵੀ ਦੀ ਆਵਾਜ਼ ਘੱਟ ਕਰ ਲਓ ਔਰ ਫੋਨ ਤੇ ਹੀ ਗੱਲ ਕਰੋ। ਹੈਲੋ, ਪਲੀਜ਼ ਗੱਲ ਕਰੋ ਸਰ, ਗੱਲ ਕਰੋ। ਸਟ੍ਰੋਕ ਬੇਸਿਕਲੀ ਤੁਸੀਂ ਪੁੱਛਦੇ ਪਏ ਸੀ ਕਿੰਨੇ ਤਰ੍ਹਾਂ ਦਾ ਹੁੰਦਾ ਹੈ? ਹਾਂ, ਟਾਈਪ ਸਟ੍ਰੋਕ ਬੇਸਿਕਲੀ ਦੋ ਤਰ੍ਹਾਂ ਦਾ ਹੁੰਦਾ ਹੈ। ਵਨ ਇਜ਼ ਇਸਕੀਮਿਕ ਸਟ੍ਰੋਕ, ਦੂਜਾ ਹੁੰਦਾ ਹੈ ਹੈਮਰੇਜਿਕ ਸਟ੍ਰੋਕ। ਇਸਕੀਮਿਕ ਸਟ੍ਰੋਕ ਜ਼ਿਆਦਾ ਹੁੰਦਾ ਹੈ। 80% ਆਫ ਆਲ ਸਟ੍ਰੋਕਸ ਆਰ ਇਸਕੀਮਿਕ ਸਟ੍ਰੋਕ। ਸਰ ਇਸਕੀਮਿਕ ਪੰਜਾਬੀ ਚ ਆਪਾਂ ਕਿਸ ਤਰ੍ਹਾਂ ਦੱਸਣਾ? ਇਸਕੀਮਿਕ ਦਿਮਾਗ ਦੇ ਜਿਹੜੀ ਖੂਨ ਦੀ ਨਾੜੀ ਹੈ ਉਹ ਬਲੌਕ ਹੋ ਜਾਂਦੀ ਹੈ। ਤੇ ਹੈਮੋਰੇਜਿਕ ਕਿਹਨੂੰ ਕਹਿੰਦੇ? ਖੂਨ ਦੀ ਨਾੜੀ ਬਲੌਕ ਹੋਣ ਦੇ ਕਾਰਨ ਕੀ ਹੁੰਦਾ ਹੈ ਕਿ ਉਹਨੂੰ ਦਿਮਾਗ ਦੇ ਕਿਸੇ ਹਿੱਸੇ ਨੂੰ ਖੂਨ ਨਹੀਂ ਜਾਂਦਾ ਤਾਂ ਉਹ ਹਿੱਸਾ ਡੈਮੇਜ ਹੋ ਜਾਂਦਾ ਹੈ। ਹੈਮਰੇਜਿਕ ਸਟ੍ਰੋਕ ਹੈ, ਦੂਜਾ ਨਾਮ ਹੈ ਬ੍ਰੇਨ ਹੈਮਰੇਜ, ਮੈਂ ਦਿਮਾਗ ਦੇ ਵਿੱਚ ਖੂਨ ਦੀ ਨਾੜੀ ਲੀਕ ਹੋ ਜਾਣੀ, ਫਟ ਜਾਣੀ। ਸੋ ਕਹਿਣ ਦਾ ਭਾਵ ਹੈ ਵੀ ਇੱਕ ਕੰਡੀਸ਼ਨ ਵਿੱਚ ਨਾੜੀ ਬਲੌਕ ਹੋ ਜਾਂਦੀ ਹੈ, ਦੂਸਰੀ ਦੇ ਵਿੱਚ ਨਾੜੀ ਫਟ ਕੇ ਉੱਥੇ ਜ਼ਿਆਦਾ ਬਲੀਡਿੰਗ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਓਕੇ, ਤੇ ਡਾਕਟਰ ਸਾਹਿਬ ਇੱਕਦਮ ਦਿਮਾਗ ਦੇ ਅੰਦਰ ਬਾਹਰੀ ਸੱਟ ਹੋਵੇ ਤਾਂ ਨਜ਼ਰ ਆ ਜਾਂਦੀ ਆ, ਦਿਮਾਗ ਦੇ ਅੰਦਰ ਇੰਨਾ ਕੁਝ ਉਥਲ-ਪੁਥਲ ਹੋ ਜੇ ਤੇ ਸਾਡੇ ਸਰੀਰ ਦੇ ਕੀ ਲੱਛਣ ਹੁੰਦੇ ਨੇ ਵੀ ਸਾਨੂੰ ਆਈਡੀਆ ਹੋਵੇ ਵੀ ਹਾਂ, ਕਿਉਂਕਿ ਜਿਸ ਪਰਸਨ ਤੇ ਹੋਈ ਉਹਨੂੰ ਸ਼ਾਇਦ ਨਾ ਪਤਾ ਲੱਗੇ ਪਰ ਉਹਦੇ ਲਾਗੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਲੱਛਣ ਕੀ ਨੇ, ਵੀ ਇਹਦਾ ਇਹ ਕਾਰਨ ਹੋ ਸਕਦਾ ਹੈ। ਬਿਲਕੁਲ, ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੰਡੀਆ ਵਿੱਚ ਸਪੈਸ਼ਲੀ ਜ਼ਰੂਰੀ ਹੈ ਕਿਉਂਕਿ ਸਾਡੇ ਦੇਸ਼ ਵਿੱਚ ਪਾਇਆ ਗਿਆ ਹੈ ਕਿ ਬਹੁਤ ਘੱਟ ਲੋਕਾਂ ਨੂੰ ਸਟ੍ਰੋਕ ਜਾਂ ਜਿਹੜਾ ਅਧਰੰਗ ਦੇ ਲੱਛਣਾਂ ਦਾ ਪਤਾ ਹੈਗਾ। ਸੋ ਸਭ ਤੋਂ ਪਹਿਲੇ ਇਹ ਹੈਗਾ ਕਿ ਇੱਕਦਮ ਇੱਕ ਪਾਸਾ ਕਮਜ਼ੋਰ ਹੋ ਜਾਣਾ ਜੀ, ਇੱਕਦਮ ਇੱਕ ਪਾਸਾ ਕਮਜ਼ੋਰ ਹੋ ਜਾਣਾ ਜਾਂ ਇੱਕ ਪਾਸਾ ਸੁੰਨ ਹੋ ਜਾਣਾ ਜੀ, ਅੱਖ ਦੀ ਰੋਸ਼ਨੀ ਚਲੇ ਜਾਣਾ, ਯਕਦਮ ਬੇਹੋਸ਼ ਹੋ ਜਾਣਾ ਜਾਂ ਬੈਲੈਂਸ ਬਣਾਉਣ ਦੀ ਮੁਸ਼ਕਲ ਆਣੀ। ਸੋ ਇਹ ਮੇਨ ਜਿਹੜੇ ਸਟ੍ਰੋਕ ਦੇ ਲੱਛਣ ਹੈਗੇ ਸਾਡੇ। ਇਹ ਚੀਜ਼ਾਂ ਜੇ ਕਿਸੇ ਵੀ ਮਰੀਜ਼ ਨੂੰ ਇਹ ਚੀਜ਼ਾਂ ਆਉਂਦੀਆਂ ਤਾਂ ਉਹਨੂੰ ਜਲਦੀ ਤੋਂ ਜਲਦੀ ਸਾਨੂੰ ਡਾਕਟਰ ਕੋਲ ਜਾਣਾ, ਬਿਲਕੁਲ ਡਾਕਟਰ ਕੋਲ ਜਾਣਾ ਚਾਹੀਦਾ ਹੈ। ਕੋਈ ਅਫੀਮ ਜਾਂ ਕੋਈ ਜੁੱਤੀ ਨਹੀਂ ਸੰਘਾਣੀ ਚਾਹੀਦੀ, ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਸਟ੍ਰੋਕ ਦੇ ਮਾਮਲੇ ਵਿੱਚ ਟਾਈਮ ਇਜ਼ ਬ੍ਰੇਨ। ਇਹਦਾ ਇਲਾਜ ਕੀ ਹੈ ਡਾਕਟਰ ਸਾਹਿਬ? ਇਹਦਾ ਸਭ ਤੋਂ ਪਹਿਲੇ ਤਾਂ ਸਾਨੂੰ ਇਸ ਵਾਸਤੇ ਡਾਇਗਨੋਸ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਸਟ੍ਰੋਕ ਹੈ ਕਿਉਂਕਿ ਦੋਨਾਂ ਦਾ ਇਲਾਜ ਬਿਲਕੁਲ ਹੀ ਡਿਫਰੈਂਟ ਹੈ। ਬਿਲਕੁਲ, ਉਹਦੇ ਲਈ ਕਿਹੜਾ ਟੈਸਟ ਹੋਏਗਾ? ਸੋ ਉਹਦੇ ਵਿੱਚ ਸਾਨੂੰ ਸੀਟੀ ਸਕੈਨ ਜਾਂ ਐਮਆਰਆਈ ਕਰਨਾ ਚਾਹੀਦਾ ਹੈ। ਠੀਕ ਹੈ, ਜਿਹੜਾ ਵੀ ਅਵੇਲੇਬਲ ਹੈਗਾ ਉਹਨੂੰ ਕਰਾ ਕੇ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਇਸਕੀਮਿਕ ਸਟ੍ਰੋਕ ਹੈ ਜਾਂ ਬ੍ਰੇਨ ਹੈਮਰੇਜ ਹੋਇਆ ਹੋਇਆ ਹੈ। ਦੋਨਾਂ ਦਾ ਟ੍ਰੀਟਮੈਂਟ ਬਿਲਕੁਲ ਅਲੱਗ ਹੈ। ਸਪੋਜ਼ ਕਰੋ ਪੇਸ਼ੈਂਟ ਨੂੰ ਇਸਕੀਮਿਕ ਸਟ੍ਰੋਕ ਹੈ, ਫਿਰ ਸਾਨੂੰ ਦੇਖਣਾ ਚਾਹੀਦਾ ਕਿੰਨੇ ਘੰਟੇ ਹੋਏ ਹੈ। ਜੇ 4.5 ਘੰਟੇ ਤੋਂ ਘੱਟ ਟਾਈਮ ਹੈ ਅਸੀਂ ਪੇਸ਼ੈਂਟ ਨੂੰ ਇੰਜੈਕਸ਼ਨ ਜਿਹੜਾ ਥ੍ਰੋਮਬੋਲਿਟਿਕ ਏਜੈਂਟ ਹੁੰਦਾ ਹੈ ਐਲਟੀਪਲੇਸ ਜਾਂ ਅੱਜਕੱਲ ਟਿਨੈਕਟਿਸ ਦੋਨੋਂ ਲਗਾ ਕੇ ਨਸ ਨੂੰ ਖੋਲ ਸਕਦੇ ਹਾਂ। ਉਹਦਾ ਪੇਸ਼ੈਂਟ ਦਾ ਇਲਾਜ ਸੰਭਵ ਹੈ ਜੇ ਅਸੀਂ ਸਮੇਂ ਸਿਰ ਆ ਸਕੀਏ। ਬਿਲਕੁਲ, ਇਹਦੇ ਵਿੱਚ ਇੱਕ ਬੜਾ ਵਧੀਆ ਮੁਹਾਵਰਾ ਹੈਗਾ ਟਾਈਮ ਇਜ਼ ਬ੍ਰੇਨ। ਓਕੇ, ਸੋ ਮਤਲਬ ਟਾਈਮ ਇਜ਼ ਬ੍ਰੇਨ, ਟਾਈਮ ਇਜ਼ ਮਨੀ। ਮਤਲਬ ਜੇ ਅਸੀਂ ਇੱਕ ਮਿੰਟ ਵੀ ਦਿਮਾਗ ਦੀ ਨਾੜੀ ਬਲੌਕ ਹੋ ਜਾਂਦੀ ਹੈ ਤੇ ਦਿਮਾਗ ਦੇ 20 ਲੱਖ ਸੈੱਲ ਡੈਡ ਹੋ ਜਾਂਦੇ ਆ। ਓਹੋ, ਸੋ ਡੋਂਟ ਵੇਸਟ ਯੋਰ ਟਾਈਮ। ਜਦੋਂ ਲੱਗ ਰਿਹਾ ਵੀ ਪਾਸਾ ਖਲੋ ਰਿਹਾ
ਉਸੇ ਵੇਲੇ ਡਾਕਟਰ ਕੋਲ ਜਿਸ ਤਰ੍ਹਾਂ ਵੀ ਜੋ ਵੀ ਹਾਲਤ ਹੈ ਫਟਾਫਟ ਡਾਕਟਰ ਕੋਲ ਪਹੁੰਚਣ ਤਾਂ ਕਿ ਛੇਤੀ ਤੋਂ ਛੇਤੀ ਇਲਾਜ ਹੋ ਸਕੇ। ਅੱਛਾ ਡਾਕਟਰ ਸਾਹਿਬ, ਅੱਜ ਕੱਲ੍ਹ ਜਿਹੜੀ ਜਿਸ ਤਰ੍ਹਾਂ ਤੁਸੀਂ ਸਟਾਰਟਿੰਗ 'ਚ ਦੱਸਿਆ ਵੀ ਹਾਈਪਰਟੈਂਸ਼ਨ ਹੈ ਜਾਂ ਸ਼ੂਗਰ ਹੈ, ਇਹਦੇ ਕਰਕੇ ਵੀ ਕੋਈ ਨਿਊਰੋਪੈਥੀ ਆ ਜਾਂਦੀ ਹੈ ਕੋਈ? ਬਿਲਕੁਲ ਬਿਲकुल ਜੀ। ਸੋ ਜਿਹੜੀ ਸ਼ੂਗਰ ਹੈਗੀ ਹੈ, ਹਾਈਪਰਟੈਂਸ਼ਨ ਦੇ ਤਾਂ ਸ਼ੂਗਰ ਐਕਚੁਅਲੀ ਇੱਕ ਬਿਮਾਰੀ ਹੈ ਜਿਸ ਦੇ ਵਿੱਚ ਜੋ ਨਸਾਂ ਨੂੰ ਵੀ ਪੰਦੀ ਹੈਗੀ ਹੈ, ਜਿਸ ਵਿੱਚ ਨਸਾਂ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਪੇਸ਼ੈਂਟ ਨੂੰ ਲੱਗਦਾ ਹੈ ਕਿ ਹੱਥ ਪੈਰ ਸੁੰਨ ਹੋ ਗਏ ਹੈ, ਪੈਰਾਂ ਵਿੱਚ ਜਲਨ ਹੁੰਦੀ ਹੈ, ਕਈਆਂ ਦੇ ਪੈਰਾਂ ਵਿੱਚ ਕੀੜੀਆਂ ਚੱਲਦੀਆਂ। ਉਹ ਜਦੋਂ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਪੇਸ਼ੈਂਟ ਨੂੰ ਚੱਲਣ ਦੀ ਮੁਸ਼ਕਲ ਆਉਂਦੀ ਹੈਗੀ ਹੈ, ਪੇਸ਼ੈਂਟ ਨੂੰ ਬੈਲੈਂਸ ਬਣਾਉਣ ਦੀ ਮੁਸ਼ਕਲ ਆਉਂਦੀ ਹੈਗੀ ਹੈ। ਔਰ ਇਹਦਾ ਇੰਸੀਡੈਂਸ ਡਿਊਰੇਸ਼ਨ ਆਫ ਡਾਇਬੀਟਿਸ ਨਾਲ ਵੱਧਦਾ ਹੈ। ਜਿੰਨੀ ਪੁਰਾਣੀ ਸ਼ੂਗਰ ਹੈਗੀ ਉਨਾ ਹੀ ਚਾਂਸਸ ਨਿਊਰੋਪੈਥੀ ਦੇ ਵੱਧ ਜਾਂਦੇ ਆ। ਸੋ ਡਾਕਟਰ ਸਾਹਿਬ ਅਸੀਂ ਕਾਫੀ ਅੱਛੀ ਇਹਦੇ ਬਾਰੇ ਡਿਸਕਸ਼ਨ ਹੋਈ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਵੀ ਉਹਨਾਂ ਨੂੰ ਨਿਊਰੋਲੋਜੀਕਲ ਡਿਸਆਰਡਰ ਘੱਟ ਹੋਣ, ਔਰ ਜੇ ਹੋਣ ਤੇ ਉਸ ਵੇਲੇ ਇਮੀਡੀਏਟਲੀ ਕੀ ਇਫੈਕਟ ਹੈ, ਤੁਹਾਡਾ ਕੀ ਮੈਸੇਜ ਕੀ ਹੋਏਗਾ ਸਾਡੇ ਦਰਸ਼ਕਾਂ ਲਈ? ਦੇਖੋ, ਸਭ ਤੋਂ ਪਹਿਲੇ ਤਾਂ ਹੈ ਕਿ ਸਾਨੂੰ ਨਿਊਰੋਲੋਜੀਕਲ ਡਿਸਆਰਡਰ ਦੀ ਸਾਨੂੰ ਅਵੇਅਰਨੈਸ ਵਧਾਉਣੀ ਚਾਹੀਦੀ ਹੈਗੀ। ਸਭ ਤੋਂ ਪਹਿਲਾ ਕੰਮ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਕਰੇ ਆ। ਦੈਨ ਦੇ ਸ਼ੁੱਡ ਰੀਚ ਨਿਊਰੋਲੋਜਿਸਟ ਇਨ ਪ੍ਰੋਪਰ ਟਾਈਮ। ਹੁਣ ਮੋਸਟਲੀ ਜਿਹੜੇ ਨਿਊਰੋਲੋਜੀਕਲ ਡਿਸਆਰਡਰਸ ਹੈਗੇ ਆ ਉਹ ਜਿਵੇਂ ਸਟ੍ਰੋਕ ਹੋ ਗਿਆ, ਇਹ ਹੈਲਦੀ ਲਾਈਫਸਟਾਈਲ ਨਾਲ ਘਟਦੇ ਹੈਗੇ ਆ। ਸੋ ਜਿੰਨਾ ਅਸੀਂ ਸੈਡੈਂਟਰੀ ਲਾਈਫਸਟਾਈਲ ਰੱਖਾਂਗੇ, ਜਿੰਨਾ ਅਸੀਂ ਫੂਡ ਆਈਟਮਸ ਜਿਹੜੀ ਗੰਦੀਆਂ ਖਾਵਾਂਗੇ, ਜੰਕ ਫੂਡਸ ਖਾਵਾਂਗੇ, ਉਹ ਇਹਨਾਂ ਨਿਊਰੋਲੋਜੀਕਲ ਡਿਸਆਰਡਰਸ ਦਾ ਇਨਸੀਡੈਂਸ ਵਧਾਣਗੇ। ਸੋ ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਪ੍ਰੋਪਰ ਫੂਡ ਖਾਣਾ ਚਾਹੀਦਾ ਹੈਗਾ। ਔਰ ਉਹਦੇ ਨਾਲ 에ਅਰ ਪੋਲੂਸ਼ਨ ਦਾ ਅੱਜਕੱਲ ਬਹੁਤ ਰੋਲ ਹੈ ਇਵਨ ਸਟ੍ਰੋਕ ਦੇ ਕੇਸਿਸ ਵਿੱਚ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਸਮੇਂ ਦੀ ਥੋੜੀ ਜਿਹੀ ਕਮੀ ਹੋ ਰਹੀ ਹੈ। ਬੜੇ ਇੰਪੋਰਟੈਂਟ ਫੈਕਟਰ ਡਾਕਟਰ ਸਾਹਿਬ ਨੇ ਡਿਸਕਸ ਕੀਤੇ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਵਿੱਚ ਆਉਣ ਦਾ। ਉਮੀਦ ਹੈ ਦਰਸ਼ਕਾਂ ਨੂੰ ਵੀ ਇਹ ਪੂਰੀ ਜਾਣਕਾਰੀ ਮਿਲੇਗੀ। ਥੈਂਕ ਯੂ, ਸਤਿ ਸ਼੍ਰੀ ਅਕਾਲ।